Hello guys, welcome back on my YouTube channel. My name is Harpreet Singh and you are watching Commerce EduTech. Today we are going to discuss a new topic from Plus One Business Studies and the topic is rights and obligations of partners. ਪਾਰਟਨਰਸ਼ਿਪ ਫਰਮ ਕਾਈਂਡ ਆਫ ਬਿਜ਼ਨਸ ਦੇ ਵਿੱਚੋਂ ਆਪਾਂ ਇਸ ਟੌਪਿਕ ਨੂੰ ਡਿਸਕਸ ਕਰ ਰਹੇ ਹਾਂ। ਅੱਜ ਆਪਾਂ ਇਸ ਦਾ ਨੈਕਸਟ ਟੌਪਿਕ ਕਰਨਾ ਹੈ ਕਿ ਪਾਰਟਨਰਸ ਦੇ ਰਾਈਟਸ ਕੀ ਹੋਣਗੇ ਤੇ ਪਾਰਟਨਰਸ ਦੀਆਂ ਓਬਲੀਗੇਸ਼ਨਸ ਮੀਨਸ ਉਹਨਾਂ ਦੀਆਂ ਜ਼ਿੰਮੇਵਾਰੀਆਂ ਕੀ ਹੋਣਗੀਆਂ ਫਰਮ ਦੇ ਅੰਦਰ। ਸੋ ਲੈਟਸ ਸਟਾਰਟ ਦ ਟੌਪਿਕ। ਜਨਰਲੀ ਰਾਈਟਸ ਐਂਡ ਓਬਲੀਗੇਸ਼ਨਸ ਦਾ ਪਾਰਟਨਰ ਆਰ ਡਿਸਾਈਡਡ ਇਨ ਐਡਵਾਂਸ। ਦੇਖੋ ਅਸੀਂ ਬਹੁਤ ਟਾਈਮ ਤੋਂ ਇਹ ਗੱਲ ਕਰਦੇ ਆ ਰਹੇ ਹਾਂ ਕਿ ਪਾਰਟਨਰਸ਼ਿਪ ਬਿਜ਼ਨਸ ਕੀ ਹੁੰਦੀ ਹੈ, ਕਿਸ ਬੇਸ ਦੇ ਉੱਪਰ ਇਹ ਬਿਜ਼ਨਸ ਨੂੰ ਬਣਾਇਆ ਜਾਂਦਾ ਹੈ। ਉਸ ਬੇਸ ਦਾ ਨਾਮ ਹੈ ਪਾਰਟਨਰਸ਼ਿਪ ਡੀਡ। ਡੀਡ ਕੀ ਹੁੰਦੀ ਆ? ਇੱਕ ਰਿਟਨ ਐਗਰੀਮੈਂਟ ਬਿਟਵੀਨ ਦਾ ਪਾਰਟਨਰਸ, ਮਿਊਚੁਅਲ ਕੰਸੈਂਟ ਨਾਲ ਬਣਾਇਆ ਗਿਆ, ਹਰ ਇੱਕ ਪਾਰਟਨਰ ਉਸ ਦੇ ਉੱਪਰ ਸਾਈਨ ਕਰ ਲੈਂਦਾ ਹੈ। ਹੁਣ ਉਸੇ ਦੇ ਵਿੱਚ ਅਸੀਂ ਇਹ ਲਾਈਨ ਕੱਢੀ ਹੈ ਕਿ ਪਾਰਟਨਰਸ਼ਿਪ ਦੇ ਜੋ ਫਰਮ ਦੇ ਵਿੱਚ ਪਾਰਟਨਰਸ ਹੈ ਉਹਨਾਂ ਦੇ ਜੋ ਰਾਈਟਸ, ਉਹਨਾਂ ਦੀਆਂ ਜੋ ਜ਼ਿੰਮੇਵਾਰੀਆਂ, ਓਬਲੀਗੇਸ਼ਨਸ ਨੇ, ਉਹਨਾਂ ਦੇ ਡਿਊਟੀਜ਼ ਨੇ, ਇਸ ਨੂੰ ਆਪਾਂ ਡਿਸਾਈਡ ਕਰ ਲੈਂਦੇ ਹਾਂ ਇਨ ਐਡਵਾਂਸ ਇਨ ਦਾ ਪਾਰਟਨਰਸ਼ਿਪ ਡੀਡ। ਇਟ ਡਜ਼ ਨਾਟ, if it does not contained in the partnership deed, then all right, duties, liabilities of the partners will be equal। देखो बड़ी इंपॉर्टेंट लाइन है। ਅਸੀਂ ਗੱਲ ਕੀਤੀ ਕਿ ਅਗਰ ਪਾਰਟਨਰਸ਼ਿਪ ਡੀਡ ਨਹੀਂ ਬਣਦੀ, ਅਗਰ ਉਹਦੇ ਅੰਦਰ ਇਹਨਾਂ ਦੇ ਰਾਈਟਸ, ਇਹਨਾਂ ਦੀਆਂ ਡਿਊਟੀਜ਼, ਇਹਨਾਂ ਦੇ ਓਬਲੀਗੇਸ਼ਨਸ ਡਿਸਾਈਡ ਨਹੀਂ ਕੀਤੀਆਂ ਜਾਂਦੀਆਂ, ਤਦ ਸਾਰੇ ਪਾਰਟਨਰ ਦੇ ਸਾਰੇ ਰਾਈਟ, ਉਹਨਾਂ ਦੀਆਂ ਡਿਊਟੀਜ਼, ਉਹਨਾਂ ਦੀਆਂ ਲਾਇਬਿਲਿਟੀਜ਼ ਸਭ ਇਕੁਅਲ ਹੋਣਗੀਆਂ। ਸੋ ਕੀ ਰਾਈਟ ਹੋਣਗੇ ਇਹਨਾਂ ਦੇ, ਕਿਹਦੇ ਰਿਗਾਰਡਿੰਗ ਇਹ ਪਾਰਟਨਰਸ਼ਿਪ ਡੀਡ ਦੇ ਵਿੱਚ ਐਡਵਾਂਸ ਲਿਖਣਗੇ। ਰਾਈਟ ਟੂ ਟੇਕ ਪਾਰਟ ਇਨ ਮੈਨੇਜਰੀਅਲ ਐਕਟੀਵਿਟੀਜ਼, ਕਿ ਮੈਨੇਜਰੀਅਲ ਐਕਟੀਵਿਟੀ ਦੇਖੋ ਪਾਰਟਿਸਪੇਸ਼ਨ ਤਾਂ ਹਰ ਇੱਕ ਪਾਰਟਨਰ ਕਰਦਾ ਹੈ। ਰਾਈਟ ਐਡਵਾਂਸ ਲਿਖਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਕਿਸੇ ਨੂੰ ਪ੍ਰੋਹਿਬਿਟ ਕਰ ਦੋਗੇ ਕਿ ਉਹ ਮੈਨੇਜਰੀਅਲ ਐਕਟੀਵਿਟੀ ਦੇ ਵਿੱਚ ਰਾਈਟ ਜਿਹੜਾ ਹੈ ਨਹੀਂ ਲੈ ਸਕਦਾ, ਉਹਦੇ 'ਚ ਪਾਰਟਿਸਪੇਟ ਨਹੀਂ ਕਰ ਸਕਦਾ, ਉਹਦੇ ਕੋਲ ਬਰਾਬਰ ਦਾ ਰਾਈਟ ਹੈ। ਲੇਕਿਨ ਉਹ ਰਾਈਟ ਟੂ ਦ ਐਕਸਟੈਂਟ ਆਫ ਵਾਟ ਲਿਮਿਟ, ਕਿਸ ਲਿਮਿਟ ਤੱਕ ਉਸਦੇ ਕੋਲ ਰਾਈਟ ਹੈ, ਉਹ ਆਪਾਂ ਪਾਰਟਨਰਸ਼ਿਪ ਡੀਡ ਦੇ ਅੰਦਰ ਡਿਸਕਸ ਕਰਾਂਗੇ। ਠੀਕ ਆ, ਉਹਦੇ ਅੰਦਰ ਆਪਾਂ ਐਡਵਾਂਸ ਲਿਖਾਂਗੇ ਕਿ ਕਿਸ ਬੰਦੇ ਦੇ ਕੋਲ ਕਿੰਨੀ ਪਾਵਰ ਹੈ, ਬਾਉਂਡਰੀ, ਦਾਇਰਾ ਜਿਹੜਾ ਹੈ ਉਸ ਦੀ ਪਾਵਰ ਦਾ, ਉਹ ਅਸੀਂ ਐਡਵਾਂਸ 'ਚ ਡਿਸਾਈਡ ਕਰਾਂਗੇ। ਰਾਈਟ ਟੂ ਮੇਕ ਪਰਚੇਜ਼, ਸੇਲ, ਰਿਸੀਟ ਆਫ ਪੇਮੈਂਟ ਫॉर द ਫਰਮ, ਕਿ ਫਰਮ ਦੇ ਬਿਹਾਫ ਦੇ ਉੱਪਰ ਉਸਦੇ ਕੋਲ ਰਾਈਟ ਹੈ ਕਿ ਉਹ ਪਰਚੇਜ਼ ਕਰ ਸਕਦਾ, ਸੇਲ ਕਰ ਸਕਦਾ, ਪੇਮੈਂਟ ਰਿਸੀਵ ਕਰ ਸਕਦਾ ਤੇ ਪੇਮੈਂਟ ਪੇ ਵੀ ਕਰ ਸਕਦਾ। ਰਾਈਟ ਟੂ ਐਕਸੈਸ ਦਾ ਬੁੱਕਸ ਆਫ ਅਕਾਊਂਟਸ, ਅਕਾਊਂਟਸ ਦੀਆਂ ਜੋ ਬੁੱਕਸ ਨੇ ਉਸ ਨੂੰ ਦੇਖ ਸਕਦਾ, ਚੈੱਕ ਕਰ ਸਕਦਾ। ਰਾਈਟ ਟੂ ਰਿਸੀਵ ਇੰਟਰਸਟ ਔਨ ਲੋਨ ਗਿਵਨ ਬਾਈ ਹਿਮ ਟੂ ਦਾ ਫਰਮ, ਅਗਰ ਉਹ ਫਰਮ ਨੂੰ ਲੋਨ ਦਿੰਦਾ ਹੈ ਖੁਦ ਆਪਣੀ ਪੋਕਟ 'ਚੋਂ ਤਾਂ ਉਹਦੇ ਉੱਪਰ ਇੰਟਰਸਟ ਲੈਣ ਦਾ ਰਾਈਟ ਰੱਖਦਾ ਉਹ। ਰਾਈਟ ਟੂ ਇੰਡੈਮਨੀਫਾਈ ਫॉर ਦ ਐਕਸਪੈਂਸਿਸ ਪੇਡ ਬਾਈ ਹਿਮ ਟੂ ਦਾ ਫਰਮ, ਅਗਰ ਫਰਮ ਦੇ ਬਿਹਾਫ ਦੇ ਉੱਪਰ ਉਹ ਖੁਦ ਆਪਣੀ ਪੋਕਟ 'ਚੋਂ ਕੁਝ ਪੈਸੇ ਐਕਸਪੈਂਸਿਸ ਦੇ ਤੌਰ 'ਤੇ ਪੇ ਕਰ ਦਿੰਦਾ ਹੈ ਤਾਂ ਉਹਦੇ ਬਦਲੇ ਇੰਡੈਮਨੀਫਾਈ ਮਤਲਬ ਕਿ ਹਾਨੀ ਪੂਰਤੀ ਦਾ ਜੋ ਉਸ ਦਾ ਕਲੇਮ ਬਣਦਾ ਫਰਮ ਦੀ ਤਰਫ, ਤਾਂ ਉਸ ਨੂੰ ਲੈਣ ਦਾ ਉਸ ਦਾ ਪੂਰਾ ਰਾਈਟ ਹੈ। ਅਗਰ ਉਸ ਫਰਮ ਦੀ ਪ੍ਰੋਪਰਟੀ ਨੂੰ ਯੂਜ਼ ਵੀ ਕਰ ਸਕਦਾ ਹੈ ਫਰਮ ਦੇ ਬੈਨੀਫਿਟ ਲਈ, ਪਰਸਨਲ ਬੈਨੀਫਿਟ ਲਈ ਨਹੀਂ। ਰਾਈਟ ਟੂ ਰਿਟਾਇਰ ਫਰੋਮ ਦਾ ਫਰਮ ਐਜ਼ ਪਰ ਦਾ ਪ੍ਰੋਵੀਜ਼ਨਸ ਆਫ ਦਾ ਐਕਟ, ਕਿ ਜੋ ਆਪਣੀ ਓਬਲੀਗੇਸ਼ਨਸ ਨੇ ਉਸ ਨੂੰ ਪੂਰੀਆਂ ਕਰਕੇ ਪਬਲਿਕ ਨੋਟਿਸ ਦੇ ਕੇ ਉਹ ਫਰਮ ਦੇ ਵਿੱਚੋਂ ਰਿਟਾਇਰ ਹੋਣ ਦਾ ਪੂਰਾ ਰਾਈਟ ਰੱਖਦਾ। ਰਾਈਟ ਟੂ ਐਕਸਪ੍ਰੈਸ ਹਿਜ਼ ਵਿਊ ਐਂਡ ਸੁਜੈਸ਼ਨਸ, ਉਹ ਆਪਣੇ ਵਿਊਜ਼ ਰੱਖ ਸਕਦਾ ਅੱਗੇ, ਆਪਣੇ ਸੁਜੈਸ਼ਨਸ ਰੱਖ ਸਕਦਾ ਅੱਗੇ। ਰਾਈਟ ਟੂ ਗਿਵ ਨੋਟਿਸ ਟੂ ਆਲ ਦੀ ਪਾਰਟਨਰ ਰਿਗਾਰਡਿੰਗ ਦ ਡਿਸੋਲੂਸ਼ਨ ਆਫ ਫਰਮ, ਕਿ ਉਹ ਇਕੱਲਾ ਪਾਰਟਨਰ ਜੋ ਹੈ ਫਰਮ ਨੂੰ ਡਿਜ਼ੋਲਵ ਕਰਾਉਣ ਦਾ ਰਾਈਟ ਵੀ ਰੱਖਦਾ ਹੈ ਕਿ ਉਹ ਬਾਕੀ ਪਾਰਟਨਰ ਨੂੰ ਇਸ ਦੇ ਰਿਗਾਰਡਿੰਗ ਨੋਟਿਸ ਸਰਵ ਕਰ ਸਕਦਾ ਹੈ। ਰਾਈਟ ਟੂ ਕਲੇਮ ਹਿਜ਼ ਰਾਈਟ ਫਰੋਮ ਦੀ ਫਰਮ ਐਂਡ ਫਰੋਮ ਦੀ ਅਦਰ ਪਾਰਟਨਰ, ਜੋ ਉਸਦੇ ਰਾਈਟ ਬਣਦੇ ਆ ਲਾਈਕ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਹੈ, ਉਸਦੀ ਕੈਪੀਟਲ ਦੇ ਉੱਪਰ ਇੰਟਰਸਟ ਹੈ, ਉਹਦੀ ਸੈਲਰੀ, ਬੋਨਸ, ਕਮਿਸ਼ਨ ਜੋ ਵੀ ਲੈਣਾ ਉਸਨੇ, ਜੋ ਪਹਿਲਾਂ ਤੁਸੀਂ ਡਿਸਾਈਡ ਕੀਤਾ ਹੋਇਆ, ਉਹ ਸਾਰਾ ਕੁਝ ਲੈਣ ਦਾ ਰਾਈਟ ਹੈ ਉਸਦੇ ਕੋਲ, ਉਹ ਬਾਕੀ ਪਾਰਟਨਰਸ ਤੋਂ ਤੇ ਫਰਮ ਤੋਂ ਕਲੇਮ ਕਰ ਸਕਦਾ ਹੈ। ਰਾਈਟ ਟੂ ਆਬਸਟੈਕਲ ਇਨ ਦਾ ਐਡਮਿਸ਼ਨ ਆਫ ਨਿਊ ਪਾਰਟਨਰ, ਕਿ ਅਗਰ ਨਵਾਂ ਪਾਰਟਨਰ ਆ ਰਿਹਾ ਹੈ ਔਰ ਉਹ ਉਸ ਨੂੰ ਠੀਕ ਨਹੀਂ ਲੱਗਦਾ ਪਾਰਟਨਰ, ਤਾਂ ਉਸ ਨੂੰ ਆਬਸਟੈਕ ਕਰ ਸਕਦਾ, ਉਹਦੇ ਉੱਪਰ ਜਿਹੜਾ ਹੈ ਕੁਐਸਚਨ ਮਾਰਕ ਲਗਾ ਸਕਦਾ, ਉਸ ਨੂੰ ਮਨਜ਼ੂਰੀ ਨਹੀਂ ਦੇਊਗਾ ਔਰ ਉਹਦੀ ਮਨਜ਼ੂਰੀ ਤੋਂ ਬਿਨਾ ਪਾਰਟਨਰ ਐਡਮਿਟ ਨਹੀਂ ਹੋ ਸਕਦਾ। ਸੋ ਇਹ ਸਾਰੇ ਰਾਈਟ ਨੇ ਪਾਰਟਨਰਸ ਦੇ। ਤਾਂ ਫਿਰ ਓਬਲੀਗੇਸ਼ਨਸ ਕੀ ਹੋਣਗੀਆਂ ਪਾਰਟਨਰਸ ਦੀਆਂ? ਓਬਲੀਗੇਸ਼ਨਸ ਦਾ ਕੀ ਮਤਲਬ ਕਿ ਉਹਨਾਂ ਦੀਆਂ ਫਰਮ ਦੇ ਅੰਦਰ ਰਹਿੰਦੇ ਹੋਏ ਕੁਝ ਜ਼ਿੰਮੇਵਾਰੀਆਂ ਵੀ ਹੁੰਦੀਆਂ ਨੇ, ਅਸੀਂ ਉਹ ਜ਼ਿੰਮੇਵਾਰੀਆਂ ਦੀ ਗੱਲ ਕਰਨੀ ਹੈ। ਫਸਟ, ਵਰਕ ਵਿਦ ਓਨੈਸਟੀ ਐਂਡ ਡਿਲੀਜੈਂਸ, ਦੇਖੋ ਜੋ ਵੀ ਉਸਨੇ ਕੰਮ ਕਰਨਾ ਹੈ
ਇਹ ਸਾਡੀ ਦੇਖੋ ਨੈਤਿਕ ਜ਼ਿੰਮੇਵਾਰੀ ਆ ਕਿ ਅਸੀਂ ਜਿਸ ਬਿਜ਼ਨਸ ਨੂੰ ਕਰ ਰਹੇ ਹਾਂ ਉਸ ਬਿਜ਼ਨਸ ਦੇ ਵਿੱਚ ਅਸੀਂ ਕਿਸੇ ਤਰ੍ਹਾਂ ਦਾ ਕੋਈ ਘਪਲਾ, ਕੋਈ ਐਮਬੈਜ਼ਲਮੈਂਟ ਨਹੀਂ ਕਰਨ ਦੀ ਕੋਸ਼ਿਸ਼ ਕਰਨੀ। ਉਸ ਨੂੰ ਅਸੀਂ ਪੂਰੀ ਇਮਾਨਦਾਰੀ ਨਾਲ ਕਰਨਾ ਹੈ। ਜਿਵੇਂ ਅਸੀਂ ਆਪਣਾ ਘਰ ਚਲਾਉਂਦੇ ਹਾਂ ਉਵੇਂ ਹੀ ਅਸੀਂ ਆਪਣਾ ਬਿਜ਼ਨਸ ਚਲਾਉਣਾ ਹੈ। ਚਾਹੇ ਉਹ ਬਿਜ਼ਨਸ ਦੇ ਵਿੱਚ ਅਸੀਂ ਪਾਰਟਨਰ ਹੀ ਕਿਉਂ ਨਾ ਹੋਈਏ, ਉਹ ਬਿਜ਼ਨਸ ਨੂੰ ਅਸੀਂ ਆਪਣਾ ਬਿਜ਼ਨਸ ਮੰਨ ਕੇ, ਵੈਸੇ ਦੇਖੋ ਪਾਰਟਨਰ ਹੀ ਮਾਲਕ ਹੁੰਦੇ ਆ, ਔਰ ਲੇਕਿਨ ਕਿਉਂਕਿ ਇੱਥੇ ਪਲੂਰੈਲਿਟੀ ਆ ਜਾਂਦੀ ਹੈ ਕਿ ਇੱਕ ਤੋਂ ਜ਼ਿਆਦਾ ਪਰਸਨ ਹੋ ਜਾਂਦੇ ਆ, ਇਸ ਕਰਕੇ ਹਰ ਇੱਕ ਪਰਸਨ ਦੂਸਰੇ ਤੋਂ ਕੁਝ ਛੁਪਾ ਕੇ ਅਰਨਿੰਗ ਕਰਨ ਦੀ ਕੋਸ਼ਿਸ਼ ਕਰਦਾ ਹੈ। ਉਹ ਚੀਜ਼ ਨਹੀਂ ਹੋਣੀ ਚਾਹੀਦੀ। ਵਰਕ ਵਿਦ ਓਨੈਸਟੀ, ਇਮਾਨਦਾਰੀ ਨਾਲ ਕੰਮ ਕਰਨਾ ਹੈ। ਪਹਿਲੀ ਜ਼ਿੰਮੇਵਾਰੀ ਸਾਡੀ ਇਹ ਹੈ। ਸੈਕੰਡ ਕੀ ਹੈ? ਐਕਟ ਫੇਥਫੁਲੀ ਟੂਵਰਡ ਦੀ ਫਰਮ ਐਂਡ ਦੀ ਅਦਰ ਪਾਰਟਨਰ। ਇੱਕ ਦੂਜੇ ਉੱਪਰ ਸ਼ੱਕ ਨਹੀਂ ਕਰੀ ਜਾਣਾ, ਠੀਕ ਹੈ। ਇਸੇ ਕਰਕੇ ਕਿਹਾ ਕਿ ਫੇਥਫੁਲੀ ਕੰਮ ਕਰਨਾ ਹੈ, ਯਕੀਨ ਕਰਕੇ ਕੰਮ ਕਰਨਾ ਹੈ ਇੱਕ ਦੂਜੇ ਉੱਪਰ, ਔਰ ਉਹ ਯਕੀਨ ਨੂੰ ਅਸੀਂ ਬਣਾਏ ਰੱਖਣਾ। ਉਹ ਕਿਵੇਂ ਰੱਖਾਂਗੇ ਬਣਾ ਕੇ? ਵਿਦ ਦਾ ਓਨੈਸਟੀ, ਕਿ ਅਸੀਂ ਇੱਕ ਦੂਜੇ ਦੀ ਤਰਫ ਜਦੋਂ ਇਮਾਨਦਾਰ ਰਹਾਂਗੇ ਤਾਂ ਫਿਰ ਫੇਥ ਜਿਹੜਾ ਹੈ ਆਪਣੇ ਆਪ ਬਣ ਜਾਂਦਾ ਹੁੰਦਾ ਹੈ। ਅ ਪਾਰਟਨਰ ਕੈਨ ਨਾਟ ਮੇਕ ਐਨੀ ਸੀਕ੍ਰੇਟ ਪ੍ਰੋਫਿਟ। ਦੇਖੋ ਫਰਮ ਦੇ ਵਿੱਚੋਂ, ਫਰਮ ਦਾ ਨਾਮ ਯੂਜ਼ ਕਰਦੇ ਹੋਏ ਕੋਈ ਹਿਡਨ ਪ੍ਰੋਫਿਟ ਅਰਨ ਕਰਨ ਦੀ ਕੋਸ਼ਿਸ਼ ਨਹੀਂ ਕਰਨੀ। ਇਹ ਤਾਂ ਵੈਸੇ ਬਾਕੀ ਲਾਅ ਵੀ ਬਣਿਆ ਹੋਇਆ ਹੈ ਕਿ ਅਗਰ ਕੋਈ ਪਾਰਟਨਰ ਜਿਹੜਾ ਹੈ ਫਰਮ ਦਾ ਨਾਮ ਯੂਜ਼ ਕਰਕੇ ਕੋਈ ਹਿਡਨ ਪ੍ਰੋਫਿਟ ਉੱਥੋਂ ਅਰਨ ਕਰਦਾ ਹੈ ਤਾਂ ਉਸ ਦੀ ਇਹ ਡਿਊਟੀ ਬਣਦੀ ਹੈ ਕਿ ਉਹ ਸਾਰਾ ਪ੍ਰੋਫਿਟ ਫਰਮ ਨੂੰ ਵਾਪਸ ਕਰੇਗਾ। ਇਹ ਕਿਸ ਤਰ੍ਹਾਂ ਦੇ ਕੇਸਿਸ ਹੁੰਦੇ ਆ? ਸਪੋਜ਼ ਕਰੋ ਫਰਮ ਨੇ ਕਿਤੋਂ ਫਰਨੀਚਰ ਲੈਣਾ ਸੀ ਤਾਂ ਫਰਨੀਚਰ ਹਾਊਸ ਵਿੱਚ ਜਾ ਕੇ ਅਸੀਂ ਉੱਥੇ ਆਪਣਾ ਕਮਿਸ਼ਨ ਕਰ ਲੈਂਦੇ ਹਾਂ ਕਿ ਯਾਰ 5-4 ਲੱਖ ਦਾ ਫਰਨੀਚਰ ਬਿਜ਼ਨਸ ਨੇ ਲੈਣਾ, ਪੇਮੈਂਟ ਬਿਜ਼ਨਸ 'ਚੋਂ ਨਿਕਲੂਗੀ, ਮੈਂ ਪਾਰਟਨਰ ਆ, ਮੈਨੂੰ ਕਮਿਸ਼ਨ ਦੱਸ ਕਿੰਨਾ ਦਊਗਾ, ਮੈਂ ਕੰਟਰੈਕਟ ਤੈਨੂੰ ਦਵਾ ਦਿੰਦਾ, ਠੀਕ ਹੈ। ਉਹ ਉਸ ਨੂੰ 15% ਦੇਣ ਲਈ ਤਿਆਰ ਹੈ। ਹੁਣ 7 ਲੱਖ 8 ਲੱਖ ਦਾ 15% ਅਗਰ ਕੱਢ ਲਈਏ ਤਾਂ ਓਬਵੀਅਸਲੀ ਕਿ ਕਾਫੀ ਪੈਸਾ ਬਣ ਜਾਂਦਾ। ਇਹ ਹਿਡਨ ਪ੍ਰੋਫਿਟ ਹੁੰਦੇ ਆ। ਇਸ ਤਰ੍ਹਾਂ ਦੀ ਅਰਨਿੰਗ ਕਰਨ ਦੀ ਕੋਸ਼ਿਸ਼ ਨਹੀਂ ਕਰਨੀ। ਅਗਰ ਕਰਦੇ ਹਾਂ ਤਾਂ ਉਹ ਫਰਮ ਨੂੰ ਵਾਪਸ ਕਰਨ ਦੀ ਸਾਡੀ ਮੋਰਲ ਡਿਊਟੀ ਬਣਦੀ ਹੈ। ਨੈਕਸਟ ਕੀ ਹੈ? ਓਬਲੀਗੇਸ਼ਨ ਟੂ ਇੰਡੈਮਨੀਫਾਈ ਦ ਫਰਮ ਫॉर ਲॉस ਡਿਊ ਟੂ ਹਿਜ਼ ਨੈਗਲੀਜੈਂਸ ਜਾਂ ਅਨਆਥੋਰਾਈਜ਼ਡ ਐਕਟ। ਅਗਰ ਦੇਖੋ ਪਾਰਟਨਰ ਜਿਹੜਾ ਹੈ ਉਸ ਨੂੰ ਜਦੋਂ ਅਸੀਂ ਰਾਈਟਸ ਡਿਸਾਈਡ ਕਰਦੇ ਹਾਂ ਤਾਂ ਰਾਈਟ ਦੇ ਅੰਦਰ ਇੱਕ ਲਿਮਿਟ ਡਿਸਾਈਡ ਕਰਦੇ ਹਾਂ ਕਿ ਟੂ ਦਾ ਵਾਟ ਐਕਸਟੈਂਟ, ਕਿਸ ਲਿਮਿਟ ਤੱਕ ਤੁਸੀਂ ਕੰਮ ਕਰ ਸਕਦੇ ਹੋ। ਅਗਰ ਤੁਸੀਂ ਬਾਇਓਂਡ ਦੈਟ ਲਿਮਿਟ ਜਾ ਕੇ ਕੋਈ ਵੀ ਕੰਮ, ਕੋਈ ਕੰਟਰੈਕਟ, ਕੋਈ ਇਸ ਤਰ੍ਹਾਂ ਦੀ ਡੀਲਿੰਗ ਕਰਦੇ ਹੋ ਜਿਸ ਨਾਲ ਕੋਈ ਨੁਕਸਾਨ ਹੋ ਜਾਂਦਾ ਹੈ ਤਾਂ ਉਸ ਨੁਕਸਾਨ ਦੇ ਲਈ ਤੁਸੀਂ ਪਰਸਨਲ ਜ਼ਿੰਮੇਵਾਰ ਹੋਵੋਗੇ, ਫਰਮ ਜਾਂ ਬਾਕੀ ਪਾਰਟਨਰ ਉਹਦੇ ਲਈ ਜ਼ਿੰਮੇਵਾਰ ਨਹੀਂ ਹੋਣਗੇ। ਬੇਸ਼ੱਕ ਤੁਸੀਂ ਉਹ ਫਰਮ ਦੇ ਫਾਇਦੇ ਲਈ ਕੀਤਾ ਸੀ ਲੇਕਿਨ ਉਲਟਾ ਪੈ ਗਿਆ, ਨੁਕਸਾਨ ਹੋ ਗਿਆ। ਹਾਂ, ਜੇ फ़ायदा ਹੋ ਜਾਂਦਾ ਫਿਰ ਤੁਸੀਂ ਇਹ ਨਹੀਂ ਸੀ ਕਹਿ ਸਕਦੇ ਕਿ ਮੇਰਾ ਪਰਸਨਲ ਹੀ ਹੈ ਕਿਉਂਕਿ ਮੈਂ ਬਾਇਓਂਡ ਦਾ ਲਿਮਿਟ ਜਾ ਕੇ ਕੀਤਾ ਸੀ। फ़ायदे ਤੁਹਾਡੇ ਸਾਰੇ ਫਰਮ ਲਊਗੀ ਲੇਕਿਨ ਨੁਕਸਾਨ ਅਗਰ ਤੁਸੀਂ ਬਾਇਓਂਡ ਦਾ ਲਿਮਿਟ ਜਾ ਕੇ ਕੀਤਾ ਤਾਂ ਉਹਦੇ ਲਈ ਫਰਮ ਜ਼ਿੰਮੇਵਾਰ ਨਹੀਂ ਹੈ। ਤਾਂ ਉੱਥੇ ਤੁਹਾਡੀ ਡਿਊਟੀ ਕੀ ਬਣਦੀ ਆ ਕਿ ਤੁਸੀਂ ਫਰਮ ਨੂੰ ਇੰਡੈਮਨੀਫਾਈ ਕਰੋ, ਫਰਮ ਦੇ ਲਾਸ ਦੀ ਪੂਰਤੀ ਕਰੋ, ਉਸ ਲਾਸ ਦੀ ਜੋ ਤੁਹਾਡੀ ਗਲਤੀ ਨਾਲ ਹੋਇਆ, ਤੁਹਾਡੀਆਂ ਪਾਵਰਾਂ ਤੋਂ ਵੱਧ ਕੇ ਕੰਮ ਕਰਨ ਦੀ ਕੋਸ਼ਿਸ਼ ਨਾਲ ਹੋਇਆ। ਨੋਟ ਟੂ ਇੰਟਰਸਟ। ਨੈਕਸਟ ਪੁਆਇੰਟ ਕੀ ਹੈ? ਨੋਟ ਟੂ ਟ੍ਰਾਂਸਫਰ ਹਿਜ਼ ਇੰਟਰਸਟ ਵਿਦਾਊਟ ਦੀ ਕੰਸੈਂਟ ਆਫ ਅਦਰ ਪਾਰਟਨਰ। ਅਦਰ ਪਾਰਟਨਰ ਦੀ ਕੰਸੈਂਟ, ਮਰਜ਼ੀ ਤੋਂ ਬਿਨਾਂ ਤੁਸੀਂ ਆਪਣਾ ਇੰਟਰਸਟ ਜਿਹੜਾ ਹੈ ਕਿਸੇ ਨੂੰ ਟ੍ਰਾਂਸਫਰ ਨਹੀਂ ਕਰ ਸਕਦੇ। ਦੇਖੋ ਇੱਥੇ ਇੰਟਰਸਟ ਦੀ ਗੱਲ ਕੀ ਆਈ? ਇੰਟਰਸਟ ਉਹ ਇੰਟਰਸਟ ਨਹੀਂ ਹੈ ਜੋ ਅਸੀਂ ਲੋਨ ਦਿੰਦੇ ਹਾਂ ਉਹਦੇ ਬਦਲੇ ਸਾਨੂੰ ਇੰਟਰਸਟ ਮਿਲਦਾ। ਇੱਥੇ ਇੰਟਰਸਟ ਉਹ ਹੈ ਕਿ ਵਾਈ ਆਈ ਐਮ ਡੂਇੰਗ ਦਿਸ ਬਿਜ਼ਨਸ, ਕਿ ਮੈਂ ਇਹ ਬਿਜ਼ਨਸ ਕਿਉਂ ਕਰ ਰਿਹਾ। ਉਹ ਮੇਰਾ ਇੰਟਰਸਟ ਹੈ, ਉਹ ਹਿੱਤ ਹੈ ਮੇਰਾ ਕਿ ਮੈਂ ਫਰਮ ਤੋਂ ਕੀ ਲੈਣਾ, ਤੁਸੀਂ ਉਹ ਕਿਸੇ ਹੋਰ ਦੇ ਨਾਮ 'ਤੇ ਟ੍ਰਾਂਸਫਰ ਨਹੀਂ ਕਰ ਸਕਦੇ। ਮੇਰੀ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਹੈ, ਜੋ ਵੀ ਮੈਂ ਫਰਮ ਤੋਂ ਲੈਣਾ ਮੈਂ ਉਹ ਕਿਸੇ ਨੂੰ ਟ੍ਰਾਂਸਫਰ ਨਹੀਂ ਕਰ ਸਕਦਾ। ਇਨ ਸ਼ਾਰਟ ਕਿ ਮੈਂ ਇਹ ਨਹੀਂ ਕਹਿ ਸਕਦਾ ਕਿ ਮੇਰੀ ਜਗ੍ਹਾ 'ਤੇ ਤੁਸੀਂ ਕੋਈ ਹੋਰ ਬੰਦਾ ਰੱਖ ਲਓ। ਤੁਸੀਂ ਖੁਦ ਜਾ ਸਕਦੇ ਹੋ ਰਿਟਾਇਰ ਹੋ ਕੇ, ਲੇਕਿਨ ਤੁਹਾਡੀ ਜਗ੍ਹਾ 'ਤੇ ਕੋਈ ਹੋਰ ਬੰਦਾ ਰੱਖਣਾ ਨਹੀਂ ਰੱਖਣਾ ਇਹ ਬਾਕੀ ਪਾਰਟਨਰਸ ਦੇਖਣਗੇ। ਤੁਸੀਂ ਆਪਣਾ ਇੰਟਰਸਟ ਕਿਸੇ ਨੂੰ ਟ੍ਰਾਂਸਫਰ ਨਹੀਂ ਕਰ ਸਕਦੇ। ਜਿਵੇਂ ਤੁਸੀਂ ਇਹ ਕਹਿ ਦਿੰਦੇ ਹੋ ਕਿ ਸਪੋਜ਼ ਕਰੋ 3 ਪਾਰਟਨਰ ਹੈ, 4 ਪਾਰਟਨਰ ਹੈ, ਇਕੁਅਲ ਰੇਸ਼ੋ ਦੇ ਵਿੱਚ ਹੈ, 25% ਹੈ, ਔਰ ਇੱਕ ਬੰਦਾ ਕਹਿੰਦਾ ਠੀਕ ਹੈ ਮੇਰੇ ਬੇਟੇ ਨੂੰ ਵੀ ਐਡਜਸਟ ਕਰ ਲੈਂਦੇ ਹਾਂ, 25 ਦੀ ਜਗ੍ਹਾ 'ਤੇ ਅਸੀਂ ਦੋਨੋਂ 12.5 ਲੈ ਲਿਆ ਕਰਾਂਗੇ। ਨਹੀਂ, ਯੂ ਕੈਨ ਨਾਟ ਡੂ ਦਿਸ। ਤੁਸੀਂ ਨਹੀਂ ਕਰ ਸਕਦੇ। ਤੁਹਾਨੂੰ 25% ਮਿਲੂਗਾ, ਤੁਸੀਂ ਘਰ ਜਾ ਕੇ ਚਾਹੇ ਉਸ ਨੂੰ 25 ਦਾ 25 ਦੇ ਦਿਓ, ਲੇਕਿਨ ਫਰਮ ਦੇ ਵਿੱਚ ਤੁਸੀਂ ਉਸ ਨੂੰ 12.5 'ਤੇ ਐਂਟਰ ਨਹੀਂ ਕਰਵਾ ਸਕਦੇ। ਠੀਕ ਹੈ। ਟ੍ਰਾਂਸਫਰੇਬਿਲਿਟੀ ਆਫ ਇੰਟਰਸਟ ਇਜ਼ ਨਾਟ ਅਲਾਉਡ ਇਨ ਕੇਸ ਆਫ ਪਾਰਟਨਰਸ਼ਿਪ ਬਿਜ਼ਨਸ। ਲਾਸਟ ਪੁਆਇੰਟ ਹੈ ਪਾਰਟਨਰਸ ਕੈਨ ਨਾਟ ਕੈਰੀ ਔਨ ਕੰਪੀਟੀਟਿੰਗ ਬਿਜ਼ਨਸ ਅਗੇਂਸਟ ਦ ਫਰਮ, ਕਿ ਤੁਸੀਂ ਫਰਮ ਦੇ ਅੰਦਰ ਰਹਿੰਦੇ ਹੋਏ ਫਰਮ ਦੇ ਅਗੇਂਸਟ ਕੋਈ ਕੰਪੀਟੀਟਿਵ ਬਿਜ਼ਨਸ ਨਹੀਂ ਕਰ ਸਕਦੇ। ਜਿਵੇਂ ਤੁਹਾਨੂੰ ਲੱਗਦਾ ਹੈ ਕਿ ਫਰਮ ਜੋ ਵੀ ਕੰਮ ਕਰਦੀ ਹੈ ਤੁਸੀਂ ਆਪਣਾ ਇੱਕ ਬਾਹਰ ਨਿਕਲ ਕੇ ਪ੍ਰਾਈਵੇਟ ਬਿਜ਼ਨਸ ਵੀ ਤੋਰ ਰੱਖਿਆ ਔਰ ਫਰਮ ਦਾ ਹੀ ਕੰਪੀਟੀਸ਼ਨ ਤੁਸੀਂ ਉੱਥੇ ਕਰ ਰਹੇ ਹੋ। ਜਿਹੜੇ ਕਲਾਇੰਟ ਫਰਮ ਦੇ ਅੰਦਰ ਆਉਂਦੇ ਆ ਤੁਸੀਂ ਉਸ ਨੂੰ ਆਪਣੇ ਬਿਜ਼ਨਸ ਦੇ ਵਿੱਚ ਡੀਲ ਕਰਦੇ ਹੋ ਲਿਜਾ ਕੇ। ਚੋਰੀ, ਫਰਮ ਦੇ ਕਲਾਇੰਟ ਤੁਸੀਂ ਆਪਣੇ ਬਿਜ਼ਨਸ 'ਚ ਯੂਜ਼ ਕਰ ਰਹੇ ਹੋ।
ਇਹ ਅਨਐਥੀਕਲ ਬਿਜ਼ਨਸ ਹੈ। ਸੋ ਇਹ ਨਹੀਂ ਕਰਨਾ ਆਪਾਂ, ਇਹ ਸਾਡੀਆਂ ਓਬਲੀਗੇਸ਼ਨਸ ਨੇ, ਸਾਡੀਆਂ ਜ਼ਿੰਮੇਵਾਰੀਆਂ ਕਹਿ ਲਓ, ਤਾਂ ਇਹ ਅਸੀਂ ਨਹੀਂ ਕਰਨੀਆਂ। ਲਾਇਬਿਲਿਟੀ ਟੂਵਰਡ ਦੀ ਥਰਡ ਪਾਰਟੀ, ਦੇਖੋ ਇੱਕ ਪਾਰਟਨਰ ਜਿਹੜਾ ਹੈ ਉਹਦੀ ਲਾਇਬਿਲਿਟੀ ਹੁਣ ਫਰਮ ਦੀ ਤਰਫ ਕੀ ਸੀ ਆਪਾਂ ਦੇਖ ਲਿਆ, ਇਹਨੂੰ ਨੈਤਿਕ ਜ਼ਿੰਮੇਵਾਰੀਆਂ ਕਹਿ ਲਓ, ਇਹਨੂੰ ਲਾਇਬਿਲਿਟੀਆਂ ਕਹਿ ਲਓ, ਇਹਨੂੰ ਓਬਲੀਗੇਸ਼ਨ ਕਹਿ ਲਓ, ਜੋ ਮਰਜ਼ੀ ਕਹਿ ਲਓ। ਲੇਕਿਨ ਇਹੀ ਜ਼ਿੰਮੇਵਾਰੀ ਉਸਦੀ ਥਰਡ ਪਾਰਟੀ ਤਰਫ ਵੀ ਹੈ। ਥਰਡ ਪਾਰਟੀ ਕੌਣ ਹੈ? ਜਿਸ ਦੇ ਨਾਲ ਅਸੀਂ ਡੀਲਿੰਗ ਕਰਦੇ ਹਾਂ, ਚਾਹੇ ਉਹ ਕ੍ਰੈਡੀਟਰਸ ਨੇ, ਚਾਹੇ ਉਹ ਬੈਂਕਰਸ ਨੇ, ਮਨੀ ਲੈਂਡਰਸ, ਕੋਈ ਵੀ ਹੋ ਸਕਦਾ, ਉਹ ਥਰਡ ਪਾਰਟੀ ਹੈ। ਪਾਰਟਨਰ ਵਿਲ ਲਾਇਬਲ ਟੂ ਦ ਥਰਡ ਪਾਰਟੀ ਫॉर ਦੀ ਐਕਟ ਆਫ ਫਰਮ। ਫਰਮ ਦਾ ਇੱਥੇ ਕੀ ਮਤਲਬ? ਫਰਮ ਤਾਂ ਕਿਸੇ ਨਾਲ ਕੋਈ ਡੀਲਿੰਗ ਨਹੀਂ ਕਰਦੀ, ਡੀਲਿੰਗ ਕਰੂਗਾ ਕੌਣ? ਉਹ ਤਾਂ ਪਾਰਟਨਰਸ ਹੀ ਕਰਨਗੇ। ਔਰ ਅਗਰ ਕਿਸੇ ਪਾਰਟਨਰ ਨੇ ਆਪਣੀ ਲਿਮਿਟਸ ਦੇ ਅੰਦਰ ਰਹਿ ਕੇ ਕੋਈ ਡੀਲਿੰਗ ਕੀਤੀ ਤਾਂ ਉਹ ਫਰਮ ਦੀ ਜ਼ਿੰਮੇਵਾਰੀ ਮੰਨੀ ਜਾਏਗੀ, ਸਾਰੇ ਪਾਰਟਨਰ ਉਹਦੇ ਲਈ ਲਾਇਬਲ ਹੋਣਗੇ। ਇਹੀ ਲਾਈਨ ਇੱਥੇ ਲਿਖੀ ਹੋਈ ਆ, ਥੋੜੀ ਜਿਹੀ ਲਾਈਨ ਜਿਹੜੀ ਹੈ ਟਿਪੀਕਲ ਹੈ ਕਿ ਪਾਰਟਨਰਸ ਵਿਲ ਲਾਇਬਲ ਟੂ ਦ ਥਰਡ ਪਾਰਟੀ। ਪਾਰਟਨਰ ਜਿਹੜੇ ਥਰਡ ਪਾਰਟੀ ਤਰਫ ਲਾਇਬਲ ਹੋਊਗਾ ਫॉर ਦੀ ਐਕਟ ਆਫ ਦੀ ਫਰਮ, ਜਾਂ ਮੈਂ ਆਫ ਦੀ ਫਰਮ ਛੱਡ ਕੇ ਇੱਥੇ ਲਿਖਾਂ ਕਿ ਫॉर ਦੀ ਐਕਟ ਆਫ ਦੀ ਅਦਰ ਪਾਰਟਨਰ, ਕਿ ਬਾਕੀ ਪਾਰਟਨਰਸ ਨੇ ਜੋ ਕੀਤਾ ਲੇਕਿਨ ਆਪਣੀਆਂ ਲਿਮਿਟਸ ਦੇ ਅੰਦਰ ਰਹਿ ਕੇ ਕੀਤਾ, ਤਾਂ ਉਹਦੇ ਲਈ ਉਹ ਵੀ ਜ਼ਿੰਮੇਵਾਰ ਹੋਏਗਾ। ਬਿਕੋਜ਼ ਦੇ ਆਰ ਜੁਆਇੰਟਲੀ ਲਾਇਬਲ ਫॉर ਦ ਲਾਇਬਿਲਿਟੀਜ਼ ਆਫ ਦ ਫਰਮ, ਕਿ ਫਰਮ ਦੀਆਂ ਲਾਇਬਿਲਿਟੀਜ਼ ਦੇ ਲਈ ਉਹ ਸਾਰੇ ਜੁਆਇੰਟਲੀ ਲਾਇਬਲ ਨੇ, ਕਿਉਂਕਿ ਉਹ ਲਾਇਬਿਲਿਟੀਆਂ ਫਰਮ ਨੇ ਪੈਦਾ ਨਹੀਂ ਕੀਤੀਆਂ, ਉਹਨਾਂ ਨੇ ਹੀ ਕੀਤੀਆਂ ਹੋਈਆਂ ਨੇ। ਦੇयर ਇਜ਼ ਅ ਰਿਲੇਸ਼ਨਸ਼ਿਪ ਆਫ ਏਜੰਟ ਐਂਡ ਪ੍ਰਿੰਸੀਪਲ ਬਿਟਵੀਨ ਦਾ ਪਾਰਟਨਰਸ। ਜਦੋਂ ਅਸੀਂ ਪਾਰਟਨਰਸ਼ਿਪ ਫਾਰਮ ਬਿਜ਼ਨਸ ਨੂੰ ਡਿਸਕਸ ਕਰਦੇ ਹਾਂ, ਜਦੋਂ ਅਸੀਂ ਪਾਰਟਨਰਸ਼ਿਪ ਡੀਡ ਨੂੰ ਡਿਸਕਸ ਕਰਦੇ ਹਾਂ, ਇਹਦੇ ਫੀਚਰਸ ਨੂੰ ਡਿਸਕਸ ਕਰਦੇ ਹਾਂ, ਤਾਂ ਉਹਦੇ ਅੰਦਰ ਇਹ ਆਉਂਦਾ ਹੈ ਕਿ ਪਾਰਟਨਰਸ਼ਿਪ ਬਿਜ਼ਨਸ ਜਿਹੜਾ ਹੁੰਦਾ ਹੈ ਇੱਕ ਤਰ੍ਹਾਂ ਦਾ ਇੱਕ ਏਜੰਟ ਰਿਲੇਸ਼ਨ, ਏਜੰਟ ਤੇ ਪ੍ਰਿੰਸੀਪਲ ਦਾ ਰਿਲੇਸ਼ਨ ਹੁੰਦਾ ਬਿਟਵੀਨ ਦਾ ਪਾਰਟਨਰਸ। ਇੱਕ ਟਾਈਮ ਦੇ ਉੱਪਰ ਇੱਕ ਬੰਦਾ ਦੂਸਰੇ ਬੰਦੇ ਦਾ ਏਜੰਟ ਵੀ ਹੈ, ਅਗਲੇ ਹੀ ਪਲ ਉਸ ਦਾ ਪ੍ਰਿੰਸੀਪਲ ਵੀ ਹੋਏਗਾ। ਸੋ ਇਹ ਰਿਲੇਸ਼ਨ ਨੂੰ ਏਜੰਸੀ ਦਾ ਰਿਲੇਸ਼ਨ ਬੋਲਦੇ ਆ, ਕਿ ਦੋਨਾਂ ਦੇ ਵਿਚਕਾਰ ਇੱਕ ਏਜੰਸੀ ਦਾ ਰਿਲੇਸ਼ਨ ਹੁੰਦਾ। ਇਸ ਕਰਕੇ ਸਾਰੇ ਜੁਆਇੰਟਲੀ ਕਲੈਕਟਿਵਲੀ ਫਰਮ ਦੀਆਂ ਲਾਇਬਿਲਿਟੀਜ਼ ਦੇ ਲਈ ਜ਼ਿੰਮੇਵਾਰ ਹੋਣਗੇ। ਇਹ ਵੀ ਸਾਡੀ ਇੱਕ ਨੈਤਿਕ ਜ਼ਿੰਮੇਵਾਰੀ ਹੈ ਕਿ ਅਸੀਂ ਇਸ ਤੋਂ ਭੱਜ ਨਹੀਂ ਸਕਦੇ। ਇਹ ਸਾਰੀਆਂ ਜ਼ਿੰਮੇਵਾਰੀਆਂ ਸੀ। ਅੱਜ ਦੇ ਟੌਪਿਕ ਦੇ ਅੰਦਰ ਆਪਾਂ ਪਾਰਟਨਰਸ ਦੇ ਰਾਈਟਸ, ਆਪਾਂ ਉਸ ਦੀਆਂ ਓਬਲੀਗੇਸ਼ਨਸ ਡਿਸਕਸ ਕੀਤੀਆਂ। ਆਈ ਹੋਪ ਕਿ ਟੌਪਿਕ ਤੁਹਾਨੂੰ ਸਮਝ ਆ ਗਿਆ ਹੋਊਗਾ। ਅਗਰ ਸਮਝ ਆ ਗਿਆ ਤਾਂ ਤੁਸੀਂ ਕਮੈਂਟ ਕਰਕੇ ਮੈਨੂੰ ਦੱਸ ਸਕਦੇ ਹੋ ਜੀ। ਥੈਂਕਸ ਫॉर ਵਾਚਿੰਗ ਦ ਵੀਡੀਓ। Please like, subscribe and share the channel for the next update. Thank you.